ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ ਵੀਰ ਅਮਰਜੀਤ ਸਿੰਘ ਜੀ, ਸੌਰੀ ਤੁਸੀਂ ਪਹਿਲਾਂ ਕਾਲ ਕੀਤੀ ਨਹੀਂ ਲਈ। ਮੈਂ ਲਿਖ ਕੇ ਵੀ ਪਾਇਆ ਸੀ ਕਿ ਪਹਿਲੇ ਘੰਟੇ 'ਚ ਅੱਜ ਕਾਲ ਨਾ ਕਰਿਓ ਪਲੀਜ਼, ਪਰ ਚਲੋ ਹੁਣ ਤੁਸੀਂ ਸਵਾਲ ਭਾਈ ਪੁੱਛੋ। ਤੁਹਾਨੂੰ ਪਤਾ ਹੀ ਆ, ਪੜ੍ਹਿਆ ਲਿਖਿਆ ਬੰਦਾ ਨਹੀਂ, ਤੁਹਾਨੂੰ ਮੈਂ ਕੰਨਾਂ ਨੂੰ ਸੁਣ ਹੀ ਸਕਦਾ। ਤੁਹਾਡੀ ਚਲੋ ਕੋਈ ਮਿਹਰਬਾਨੀ ਗੱਲ ਆ ਨਹੀਂ। ਕਿ ਵੀਰ ਗਗਨਦੀਪ ਹੁਣੀ ਇੱਥੇ ਆ, ਇਹ ਤੁਹਾਨੂੰ ਵੀ ਪਤਾ ਆ। ਨਹੀਂ ਨਹੀਂ ਭਾਈ ਜੀ, ਇਹ ਗੁਰੂ ਨਾਨਕ ਦੇ ਸਿੱਖ ਹੈਗੇ। ਇਹਨਾਂ ਦੇ ਕੋਲ ਦੋ ਸਵਾਲ ਹੈਗੇ ਆ ਜੀ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂਜੀ ਕਿ ਪਹਿਲੀ ਗੱਲ ਤੇ ਜਿੰਨੇ ਵੀ ਸਾਡੇ ਮੁਸਲਿਮ ਭਰਾ ਸਾਨੂੰ ਵਾਚ ਕਰ ਰਹੇ ਆ, ਉਹਨਾਂ ਨੂੰ ਈਦ ਦੀਆਂ ਮੁਬਾਰਕਾਂ। ਹਾਂਜੀ ਤੇ ਵੀਰ ਗਗਨਦੀਪ ਸਿੰਘ ਜੀ ਨੂੰ ਦੋ ਸਵਾਲ ਹੈਗੇ ਆ। ਪਹਿਲਾ ਸਵਾਲ ਕਿ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾ ਸ਼ਹੀਦ ਕੌਣ ਹੈ। ਦੂਜਾ ਜਿਹੜਾ ਸਵਾਲ ਸੀਗਾ ਜੀ, ਉਹ ਇਹ ਹੈਗਾ ਹੈ ਕਿ ਸਿੱਖ ਰਾਜ ਖੁੱਸਣ ਪਿੱਛੇ ਦੁਨੀਆ ਦੀ ਕਿਹੜੀ ਤਾਕਤਾਂ ਸੀਗੀਆਂ ਇਹਨਾਂ ਦੇ ਮੁਤਾਬਕ। ਠੀਕ ਹੈ ਜੀ। ਬਾਕੀ ਜਿਹੜੇ ਵਿਗਿਆਨੀ ਵਿਦਵਾਨ ਨੇ ਉਹਨਾਂ ਨੇ ਇਤਿਹਾਸ ਲਿਖੇ ਇਹਨਾਂ ਦੇ ਮੁਤਾਬਕ। ਬਹੁਤ ਵਧੀਆ ਸਵਾਲ ਨੇ ਦੋਨੇ। ਬਹੁਤ ਵਧੀਆ ਸਵਾਲ ਕੀਤਾ ਵੀਰ ਅਮਰਜੀਤ ਸਿੰਘ ਜੀ, ਬਹੁਤ ਵਧੀਆ। ਵੀਰ ਅਮਰਜੀਤ ਸਿੰਘ ਜੀ ਨੂੰ ਮੈਂ ਫਤਿਹ ਪ੍ਰਵਾਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਜੀ, ਪਹਿਲਾ ਜੋ ਇਹ ਸਵਾਲ ਪੁੱਛ ਰਹੇ ਨੇ ਕਿ ਪਹਿਲਾ ਸਿੱਖ ਕੌਮ ਦਾ ਸ਼ਹੀਦ ਕੌਣ ਨੇ। ਪਹਿਲਾ ਸਿੱਖ ਕੌਮ ਦਾ ਸ਼ਹੀਦ ਹੈ ਜੀ ਭਾਈ ਰੁਕੂਦੀਨ। ਹੁਣ ਭਾਈ ਰੁਕੂਦੀਨ ਕੌਣ ਹੈ? ਜਦੋਂ ਗੁਰੂ ਨਾਨਕ ਸਾਹਿਬ ਕਾਬੇ ਗਏ ਨੇ, ਹਾਂਜੀ, ਤੇ ਅਸੀਂ ਸਾਡੇ ਇਤਿਹਾਸਕਾਰਾਂ ਨੇ ਲਿਖਤਾ ਵੀ ਕਾਬਾ ਮੱਕਾ ਘੁਮਾ ਛੱਡਿਆ ਪੂਰਾ ਫੜ ਕੇ। ਹਾਂਜੀ। ਹੁਣ ਇੱਕ ਤਜ਼ਰੁਦੀਨ ਦੀ ਡਾਇਰੀ ਮਿਲੀ ਹੈ। ਤਜ਼ਰੁਦੀਨ ਦੀ ਡਾਇਰੀ ਇਹ ਗੱਲ ਕਹਿ ਰਹੀ ਹੈ ਕਿ ਤਜ਼ਰੁਦੀਨ ਨਕਸ਼ਬੰਦੀ ਗੁਰੂ ਨਾਨਕ ਸਾਹਿਬ ਦਾ ਚੇਲਾ ਬਣ ਕੇ ਨਾਲ ਨਾਲ ਚੱਲਿਆ। ਤਾਂ ਹੁਣ ਡੇਲੀ ਡਾਇਰੀ ਰਿਪੋਰਟ ਲਿਖੀ ਹੈ। ਹਾਂਜੀ। ਹੁਣ ਡੇਲੀ ਡਾਇਰੀ ਰਿਪੋਰਟ 'ਚ ਉਹ ਲਿਖਦੇ ਨੇ ਗੁਰੂ ਨਾਨਕ ਸਾਹਿਬ ਨੇ ਫਿਜ਼ੀਕਲੀ ਕਾਬੇ ਨੂੰ ਪੈਰ ਨਾਲ ਟੱਚ ਕੀਤਾ, ਫਿਜ਼ੀਕਲੀ। ਅੱਛਾ। ਔਰ ਫਿਜ਼ੀਕਲੀ ਪੈਰ ਨਾਲ ਟੱਚ ਕਰਨ ਤੋਂ ਬਾਅਦ ਅਲਟੀਮੇਟਲੀ ਜੋ ਕਾਬੇ ਦਾ ਹੈਡ ਕਾਜ਼ੀ ਹੈ, ਹੈਡ ਪ੍ਰੀਸਟ ਹੈ, ਉਹ ਹੈਗਾ ਰੁਕੂਦੀਨ। ਹਾਂਜੀ। ਰੁਕੂਦੀਨ ਬਾਹਰ ਨਿਕਲ ਕੇ ਆਇਆ ਤੇ ਡਿਬੇਟ ਹੋਈ ਗੁਰੂ ਨਾਨਕ ਸਾਹਿਬ ਨਾਲ। ਅੱਛਾ ਜੀ। ਤੇ ਗੁਰੂ ਨਾਨਕ ਸਾਹਿਬ ਨੇ ਕੁਰਾਨ ਦੀਆਂ ਆਇਤਾਂ ਦੇ ਹਿਸਾਬ ਨਾਲ ਰੁਕੂਦੀਨ ਨੂੰ ਇਹ ਸਮਝਾਤਾ, ਜੋ ਨਕਸ਼ਬੰਦੀ ਲਿਖ ਰਿਹਾ ਹੈ, ਕਿ ਜਿਹੜਾ ਜੇ ਕਾਬੇ ਦੇ ਵਿੱਚ ਅੱਲਾ ਮੀਆਂ ਬੈਠਾ ਹੈ, ਹਾਂਜੀ, ਤੇ ਕੁਰਾਨ ਤਾਂ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਉਹ ਖੁਦਾ ਹੈ, ਉਹ ਅੱਲਾ ਮੀਆਂ ਹੈ, ਉਹ ਜ਼ਰਰੇ ਜ਼ਰਰੇ 'ਚ ਵਿਰਾਜਮਾਨ ਹੈ। ਹਾਂਜੀ। ਫਿਰ ਉਹ ਕੱਲਾ ਕਾਬੇ 'ਚ ਕਿੱਦਾਂ ਬੈਠ ਸਕਦਾ? ਹਾਂ, ਬਿਲਕੁਲ। ਠੀਕ ਹੈ। ਔਰ ਗੁਰਬਾਣੀ ਦਾ ਸ਼ਲੋਕ ਆਉਂਦਾ, ਕਬੀਰ ਹਜ ਕਾਬਾ ਹੂੰ ਜਾऊं था आगे मिला खुदाए साईं मुझसे लड़ पड़िया तुझे किन फरमाई गाए। ਵੀ ਕਬੀਰ ਸਾਹਿਬ ਨੇ ਜਦੋਂ ਜਾ ਕੇ ਪਲਾਨ ਤਿਆਰ ਕੀਤਾ, ਉਹਨੂੰ ਟੌਂਟ ਮਾਰੇਗੇ ਵੀ ਤੂੰ ਕਦੀ ਹੱਜ ਗਿਆ। ਤੇ ਕਬੀਰ ਸਾਹਿਬ ਜਦੋਂ ਪਲਾਨ ਤਿਆਰ ਕਰਕੇ ਚੱਲੇ ਤੇ ਰਸਤੇ 'ਚ ਕਹਿੰਦੇ ਪਰਮਾਤਮਾ ਲੜ ਪਿਆ। ਤੁਸੀਂ ਨਜ਼ਦੀਕੀ ਦੇਖੋ ਕਬੀਰ ਸਾਹਿਬ ਦੀ ਪਰਮਾਤਮਾ ਨਾਲ, ਵੀ ਲੜਾਈ ਕਿਹਦੀ ਹੁੰਦੀ ਹੈ ਨਜ਼ਦੀਕੀ ਬੰਦੇ ਦੀ। ਬਿਲਕੁਲ। ਕਹਿੰਦੇ ਵੀ ਪਰਮਾਤਮਾ ਲੜ ਪਿਆ, ਵੀ ਤੈਨੂੰ ਕਿਹਨੇ ਦੱਸਿਆ ਮੈਂ ਉੱਥੇ ਹੀ ਬੈਠਾ। ਹਾਂ, ਤੈਨੂੰ ਕਿਹਨੇ ਦੱਸਿਆ ਵੀ ਗਾਂ ਦੇ। ਤੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਇਹ ਗੱਲ ਪ੍ਰੂਵ ਕਰਤੀ। ਤੇ ਰੁਕੂਦੀਨ ਵੀ ਕਈ ਡਿਬੇਟਸ ਹੋਈਆਂ, ਜੋ ਕਿ ਤਜ਼ਰੁਦੀਨ ਦੀ ਇਵਨ ਨੈਟ ਤੇ ਵੀ ਅਵੇਲੇਬਲ ਹੈ ਇਹ ਡਾਇਰੀ। ਆਪਣਾ ਜੇ ਤੁਸੀਂ ਸਿੱਖ ਬੁੱਕ ਕਲੱਬ ਇੱਕ ਵੈਬਸਾਈਟ ਹੈ, ਉੱਥੇ ਇਹ ਡਾਇਰੀ ਇੰਗਲਿਸ਼ 'ਚ ਟਰਾਂਸਲੇਟਡ ਹੈ। ਔਰ ਤੁਹਾਨੂੰ ਬੜੀ ਇੰਟਰਸਟਿੰਗ ਇਸ ਡਾਇਰੀ ਦੀ ਗੱਲ ਦੱਸਦਾ ਕਿ ਇਹ ਬੇਸਿਕਲੀ ਇੱਕ ਕਸ਼ਮੀਰੀ ਮੁਸਲਮਾਨਾਂ ਦਾ ਨਾਮ ਹੈ ਸੈਯਦ ਮੁਸ਼ਤਾਕ ਅਹਿਮਦ। 1930 ਦੇ ਵਿੱਚ ਉਹ ਹੱਜ ਵਾਸਤੇ ਗਿਆ, ਤੇ ਕਿਸੇ ਨੇ ਕਿਹਾ ਕਿ ਵਲੀ ਹਿੰਦ ਗੁਰੂ ਨਾਨਕ ਸਾਹਿਬ ਦੀ ਕੋਈ ਤਜ਼ਰੁਦੀਨ ਨੇ ਡੇਲੀ ਡਾਇਰੀ ਲਿਖੀ ਹੈ, ਤੇ ਤੁਸੀਂ ਲੈ ਜਾਓ। ਅਰੈਬਿਕਸ 'ਚ ਲਿਖੀ ਸੀਗੀ ਉਹ ਡਾਇਰੀ। ਤੇ ਉਹ ਕਸ਼ਮੀਰੀ ਮੁਸਲਮਾਨ ਜਾ ਕੇ ਉਹ ਲਿਆਏ ਤੇ ਉਹਨਾਂ ਟਰਾਂਸਲੇਟ ਕੀਤੀ। ਉਹਨੂੰ ਜਿੰਨਾ ਵੀ ਟਾਈਮ ਲੱਗਿਆ, ਸਾਲ ਦਾ ਕੋਈ ਉਹਦੇ ਇੰਟਰੋਡਕਸ਼ਨ ਲਿਖਿਆ ਵੀ ਟਾਈਮ ਲੱਗਿਆ। ਔਰ ਉਹ ਜਦੋਂ ਉਹ ਡਾਇਰੀ ਉਹਨਾਂ ਟਰਾਂਸਲੇਟ ਕੀਤੀ, ਤੇ ਫਿਰ ਉਹਨਾਂ ਨੇ ਆਪਣਾ ਨਾਮ ਚੇਂਜ ਕਰਕੇ ਲਿਖਿਆ ਸੈਯਦ ਪ੍ਰਿਥੀਪਾਲ ਸਿੰਘ। ਅੱਛਾ। ਕਸ਼ਮੀਰੀ ਮੁਸਲਮਾਨ ਉਹਨਾਂ ਨੇ ਫਿਰ ਸਿੱਖੀਜ਼ਮ ਨੂੰ ਇੰਬਰੇਸ ਕਰ ਲਿਆ ਉਸ ਪੂਰੀ ਡਾਇਰੀ ਨੂੰ ਪੜ੍ਹਨ ਤੋਂ ਬਾਅਦ। ਠੀਕ ਹੈ। ਅੱਛਾ, ਸਿਮਿਲਰਲੀ ਹੁਣ ਆਪਾਂ ਰੁਕੂਦੀਨ ਤੇ ਆਈ, ਤੇ ਰੁਕੂਦੀਨ ਉਹ ਡਿਬੇਟ ਤੋਂ ਬਾਅਦ ਰੁਕੂਦੀਨ ਆਲਸੋ ਇੰਬਰੇਸਿਸ ਸਿੱਖੀਜ਼ਮ। ਹਾਂਜੀ। ਔਰ ਤਜ਼ਰੁਦੀਨ ਤਾਂ ਇਹ ਗੱਲ ਕਹਿੰਦਾ ਵੀ ਅੱਧਾ ਕਾਬਾ ਸਿੱਖ ਹੋ ਗਿਆ। ਹਾਂਜੀ। ਔਰ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ, ਹੁਣ ਬੜੇ ਸਾਰੇ ਸਵਾਲ ਵਿੱਚ ਪੂਰੇ ਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਸਿਰਫ ਉੱਥੇ ਹੱਥ ਲਾ ਕੇ ਹੀ ਆ ਗਏ। ਔਰ ਹੁਣ ਉਹ ਕਹਿੰਦੇ ਨੇ ਵੀ ਗੁਰੂ ਨਾਨਕ ਹੱਥ ਲਾ ਕੇ ਨਹੀਂ ਆਏ, ਗੁਰੂ ਨਾਨਕ ਸਾਹਿਬ 5 ਮਹੀਨੇ ਰਹੇ ਕਾਬੇ। ਹੁਣ ਜੇ 5 ਮਹੀਨੇ ਰਹੋ ਭਾਜੀ, ਸਪੋਜ਼ ਕਰੋ ਮੈਂ ਤੁਹਾਡੇ ਕੋਲ ਅਮਰੀਕਾ ਆ ਜਾਂਦਾ, 5 ਮਹੀਨੇ ਤਾਂ ਤੁਸੀਂ ਵੀ ਆਪਣੇ ਘਰ ਰੱਖੋਗੇ। ਤੇ ਸਿਮਿਲਰਲੀ ਗੁਰੂ ਨਾਨਕ ਸਾਹਿਬ ਦਾ ਏਦਾਂ ਇੱਕ ਘਰ ਬਣਾਇਆ ਗਿਆ ਵੈਸਟਰਨ ਗੇਟ ਕਾਬੇ ਦੇ ਸਾਹਮਣੇ। ਔਰ ਇੰਟਰਸਟਿੰਗ ਸਟੋਰੀ ਕੀ ਹੈ ਕਿ ਕੱਲਾ ਗੁਰੂ ਨਾਨਕ ਸਾਹਿਬ ਦਾ ਘਰ ਨਹੀਂ ਬਣਾਇਆ ਗਿਆ, ਉੱਥੇ ਬਾਬਾ ਫਰੀਦ ਵੀ ਜੋ ਉਹਨਾਂ ਨੂੰ ਕੰਪਨੀ ਕਰ ਰਹੇ, ਜਿਹਨਾਂ ਨੂੰ ਅਸੀਂ 300 ਸਾਲ ਪਹਿਲੇ ਦਿਖਾ ਦਿੰਦੇ ਹਾਂ ਗੁਰੂ ਨਾਨਕ ਸਾਹਿਬ ਤੋਂ, ਉਹ ਵੀ ਕੰਪਨੀ ਕਰ ਰਹੇ, ਉਹਨਾਂ ਦਾ ਵੀ ਮਕਾਨ ਬਣਾਇਆ ਗਿਆ। ਗੁਰੂ ਨਾਨਕ ਸਾਹਿਬ ਦਾ ਵੀ ਮਕਾਨ ਬਣਾਇਆ ਗਿਆ। ਤੇ ਇੱਕ ਮਕਾਨ ਜਿਹੜਾ ਬਣਾਉਣ ਵਾਲਾ ਹੈਗਾ ਖਨੂਨ ਅਹਿਮਦ, ਜੋ ਕਿ ਇਜਿਪਟ ਦਾ ਰਾਜਾ ਹੈ।
ਉਹਨੇ ਮਕਾਨ ਇਹ ਤਿਆਰ ਕੀਤੇ। ਉੱਥੋਂ ਦੀ ਜਿਹੜੀ ਸਭ ਤੋਂ ਸ਼ੇਰਦਿਲ ਟ੍ਰਾਈਬ ਹੈ ਆਪਣੀ ਕਾਬੇ ਦੀ, ਉਹ ਹੈ ਬੱਧ ਟ੍ਰਾਈਬ, BADH, ਬੱਧ ਟ੍ਰਾਈਬ। ਤੇ ਬੱਧ ਟ੍ਰਾਈਬ ਵੀ ਸਿੱਖੀ 'ਚ ਆ ਗਈ। ਹੁਣ ਜਦੋਂ ਹੈੱਡ ਪ੍ਰੀਸਟ ਮੁਸਲਮਾਨਾਂ ਦਾ ਸਿੱਖੀ 'ਚ ਆ ਗਿਆ ਤਾਂ ਮੁਸਲਮਾਨ ਵੀਰਾਂ ਨੂੰ ਬੜਾ ਵੱਡਾ ਧੱਕਾ ਲੱਗਿਆ। ਤੇ ਧੱਕਾ ਲੱਗਣ ਤੋਂ ਬਾਅਦ ਜਿਹੜਾ ਉੱਥੋਂ ਦਾ ਅਮੀਰ ਸੀਗਾ ਕਾਬੇ ਦਾ, ਉਹਨੇ ਇੱਕ ਫਤਵਾ ਜਾਰੀ ਕੀਤਾ ਕਿ ਰੁਕੂਦੀਨ ਨੂੰ ਕਾਫਰ ਕਹਿ ਕੇ ਸ਼ਹੀਦ ਕੀਤਾ ਜਾਏ। ਹੁਣ ਸ਼ਹੀਦ ਕੀਤਾ ਜਾਏ ਤੇ ਉਹਨੂੰ 7 ਸਜ਼ਾਵਾਂ ਰੁਕੂਦੀਨ ਨੂੰ ਦਿੱਤੀਆਂ ਗਈਆਂ, ਬਈ ਊਂਠ ਤੇ ਬਿਠਾ ਕੇ ਮੂੰਹ ਕਾਲਾ ਕਰਕੇ। ਇਸ ਤਰ੍ਹਾਂ ਜਦੋਂ 6ਵੀਂ ਸਜ਼ਾ ਆਈ, 6ਵੀਂ ਸਜ਼ਾ ਦੇ ਵਿੱਚ ਗਰਮ ਰੇਤ 'ਚ ਭਾਈ ਰੁਕੂਦੀਨ ਨੂੰ ਪੁੱਠਾ ਟੰਗਿਆ ਹੁੰਦਾ। ਠੀਕ ਹੈ। ਤੇ ਕਾਬੇ ਦਾ ਅਮੀਰ ਕਹਿੰਦਾ ਹੈ ਕਿ ਕਲਮ ਮੰਗਾਇਆ ਜਾਏ ਕਿ ਹੁਣ ਵੀ ਇਹ ਮੁਸਲਮ ਧਰਮ 'ਚ ਵਾਪਸ ਆਉਣ ਨੂੰ ਤਿਆਰ ਹੈ ਕਿ ਨਹੀਂ ਹੈ, ਕਿ ਹਾਲੇ ਵੀ ਗੁਰੂ ਨਾਨਕ ਦਾ ਹੀ ਮੁਰੀਦ ਹੈ। ਤੇ ਕਹਿੰਦੇ ਵੀ ਇਹਦੇ ਹਾਵ ਭਾਵ ਨੋਟ ਕਰੋ। ਹਾਂਜੀ। ਤੇ ਕੁਛ ਜਿੰਨੀ ਕੁ ਮੈਨੂੰ ਅਰੇਬਿਕਸ ਆਉਂਦੀ ਹੈ ਮੈਂ ਤੁਹਾਨੂੰ ਦੱਸ ਦਿੰਦਾ, ਬਾਕੀ ਤਾਂ ਜ਼ਿਆਦਾ ਯਾਦ ਨਹੀਂ ਹੋਇਆ। ਤਜ਼ਰੁਦੀਨ ਨੇ ਤਾਂ ਕਾਵਿ ਰਚਨਾ 'ਚ ਉਹ ਲਿਖੀ ਹੋਈ ਹੈ ਪੂਰੀ। ਹਾਂਜੀ। ਕੁਝ ਕਹਿੰਦੇ ਹੈ ਵੀ ਰੁਬਿਆਨ ਕਿਤਾਬੇ ਇਲ ਇਮਾਮ ਹਜ਼ਰਤ ਨਾਨਕ ਮਮ। ਹਾਂਜੀ। ਅਗਲੀ ਲਾਈਨ ਹੁਣ ਮੈਨੂੰ ਚੇਤੇ ਨਹੀਂ ਉਹ ਕੀ ਲਿਖੀ ਆ। ਉਹ 'ਚ ਇਹ ਕਹਿੰਦੇ ਕਿ ਗੁਰੂ ਨਾਨਕ ਜੋ ਇਲਾਹੀ ਬਾਣੀ ਸਾਨੂੰ ਦੇ ਚੱਲਿਆ ਉਹੀ ਪਾਰਤਾਰੀ ਕਰੇ। ਰੁਬਿਆਨ ਕਿਤਾਬੇ, ਰੁਬਿਆਨ ਕੀ ਹੈ? ਇਲਾਹੀ ਬਾਣੀ ਜੋ ਗੁਰੂ ਨਾਨਕ ਨੇ ਦੇ ਦਿੱਤੀ ਸਾਨੂੰ, ਇਹੀ ਸਾਨੂੰ ਸਾਡਾ ਪਾਰਤਾਰਾ ਕਰੇਗੀ। ਹੁਣ ਗੁਰੂ ਨਾਨਕ ਹੀ ਮੇਰਾ ਇਸ਼ਟ ਹੈ, ਸ਼ਬਦ ਗੁਰੂ ਮੇਰਾ ਇਸ਼ਟ ਹੈ। ਮੈਂ ਇਹਦੇ ਮੁਤਾਬਿਕ ਹੀ ਹੁਣ ਅਗਲਾ ਆਪਣਾ ਜੀਵਨ ਜੀਵਾਂਗਾ ਤੇ ਰੁਕੂਦੀਨ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਠੀਕ ਹੈ ਜੀ। ਤੁਸੀਂ ਹੁਣ ਹਿਸਾਬ ਲਾਓ ਕਿ ਗੱਲ ਜ਼ਰੂਰਤ ਤੋਂ ਜ਼ਿਆਦਾ ਵੱਡੀ ਹੈ। ਔਰ ਮਾਫ ਕਰਨਾ, ਮੈਂ ਕਿਸੇ ਮੁਸਲਮਾਨ ਵੀਰ ਦੇ ਕਿਸੇ ਵੀ ਆਸਥਾ ਨੂੰ ਠੇਸ ਪਹੁੰਚਾਉਣ ਦੇ ਨਜ਼ਰੀਏ ਨਾਲ ਗੱਲ ਨਹੀਂ ਦੱਸੀ। ਇੱਕ ਹਿਸਟੋਰੀਕਲ ਇੰਸੀਡੈਂਟ ਹੈ, ਸੱਚਾਈ ਦਾ ਇੰਸੀਡੈਂਟ ਹੈ। ਗੱਲ ਬੇਸਿਕਲੀ ਇੱਕ ਡਿਬੇਟ ਹੋਰ ਵੀ ਹੋਈ ਕਿ ਜਿਹਦਾ ਮੁਸਲਮਾਨ ਵੀਰ ਆਪਣੇ ਲਵਾਂ ਕੱਟਦੇ ਨੇ, ਉਹ ਕੁਰਾਨ ਸ਼ਰੀਫ ਦਾ ਪਾਠ ਨਹੀਂ, ਉਹ ਸ਼ਰੀਆ ਦਾ ਪਾਠ ਹੈ। ਇਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਦੋਂ ਵੀ ਤੁਸੀਂ ਅੱਲਾ ਮੀਆਂ ਦੇ ਘਰ ਜਾਣਾ ਜਾਂ ਅੱਲਾ ਮੀਆਂ ਨੂੰ ਮਿਲਣ ਜਾਣਾ ਤੇ ਤੁਸੀਂ ਸਾਬਤ ਸੂਰਤ ਹੋ ਕੇ ਉਸ ਪਰਮਾਤਮਾ ਨੂੰ, ਉਸ ਅੱਲਾ ਮੀਆਂ ਨੂੰ ਮਿਲ ਸਕਦੇ ਆ। ਇਹ ਕੁਰਾਨ ਸ਼ਰੀਫ ਦੀਆਂ ਕੁਝ ਡਿਬੇਟਾਂ ਜੋ ਤਜ਼ਰੁਦੀਨ ਲਿਖ ਰਿਹਾ, ਆਪਾਂ ਅੰਗਰੇਜ਼ੀ ਦੇ ਵਿੱਚ ਉਹ ਸਾਰੀਆਂ ਗੱਲਾਂ ਨੇ। ਸਿਮਿਲਰਲੀ ਜਦੋਂ ਬਗਦਾਦ ਗਏ ਨੇ ਤੇ ਬਗਦਾਦ ਵੀ ਪੀਰ ਦਸਤਗੀਰ ਨਾਲ ਜੋ ਡਿਬੇਟ ਹੋਈ ਹੈ ਤੇ ਉਸ ਜੋ ਜਪਜੀ ਸਾਹਿਬ 'ਚ ਵੀ ਜੋ ਸ਼ਲੋਕ ਆਉਂਦਾ, ਲੱਖ ਗਾਸਾ ਗਾਸ ਪਤਾਲਾ ਪਤਾਲ ਵਾਲਾ ਜੋ ਆਉਂਦਾ, ਉਹੀ ਉਸੇ ਕਰਕੇ ਜੋ ਡਿਬੇਟ ਹੁੰਦੀ ਹੈ ਕਿ ਵੇਦ ਜੋ ਕਹਿੰਦੇ ਨੇ ਕਿ ਲੱਖਾਂ ਕਾਸਾ ਨੇ, ਲੱਖਾਂ ਪਤਾਲ ਨੇ, ਤੇ ਕੁਰਾਨ ਸ਼ਰੀਫ ਕਹਿੰਦੇ ਨੇ 18,000 ਨੇ, ਤੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ ਇੱਕੋ ਹੀ ਹੈ। ਲੇਕਿਨ ਤੁਸੀਂ ਇਸ ਯੂਨੀਵਰਸ ਦਾ ਅੰਤ ਨਹੀਂ ਲੱਭ ਸਕਦੇ, ਤੁਹਾਡਾ ਜੀਵਨ ਸਮਾਪਤ ਹੋ ਜਾਏਗਾ। ਮੀਨਿੰਗ ਇਹਦਾ ਹੈ। ਬਿਲਕੁਲ। ਇਸ ਗੱਲ ਪਿੱਛੇ ਵੀ ਫਤਵਾ ਜਾਰੀ ਹੋਣ ਲੱਗਿਆ। ਫਿਰ ਗੁਰੂ ਨਾਨਕ ਸਾਹਿਬ ਨੇ ਅਲਟੀਮੇਟਲੀ ਫਿਰ ਕੁਰਾਨ ਸ਼ਰੀਫ 'ਚੋਂ ਕਈ ਮਤਲਬ ਰੈਫਰੈਂਸ ਦੇ ਕੇ ਤੇ ਫਿਰ ਉੱਥੇ ਵੀ ਪੀਰ ਦਸਤਗੀਰ ਗੁਰੂ ਨਾਨਕ ਦੇ ਪੈਰੀ ਪਿਆ। ਔਰ ਅਲਟੀਮੇਟਲੀ ਬੜੇ ਵੱਡੇ ਫਿਰ ਜਿਹੜੇ ਸੂਫੀਜ਼ ਦੇ ਜੋ ਪਾਰਟ ਨੇ, ਜਿਹਦੇ ਵਿੱਚ ਚਿਸ਼ਤੀਜ਼ ਨੇ, ਚਾਹੇ ਕਾਦਰੀਜ਼ ਨੇ, ਚਾਹੇ ਕਲੰਦਰੀਜ਼ ਨੇ ਔਰ ਨਕਸ਼ਬੰਦੀਜ਼ ਨੇ, ਇਹ ਗੁਰੂ ਨਾਨਕ ਦੇ ਮੁਰੀਦ ਬਣ ਕੇ ਫਿਰ ਇਹ ਹਿੰਦੁਸਤਾਨ ਨੂੰ ਇੱਥੇ ਆਏ, ਜੋ ਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੇ ਉੱਪਰ ਇਹਨਾਂ ਨੇ ਤਕਰੀਬਨ 300 ਸਾਲ ਕੰਮ ਵੀ ਕੀਤਾ। ਆਪਾਂ ਅਗਲੇ ਐਪੀਸੋਡ ਦੇ ਡਿਟੇਲ ਦੇ ਉੱਪਰ ਕੰਮ ਕਰ ਲਾਂਗੇ। ਸੈਕਿੰਡ, ਜੋ ਵੀਰ ਅਮਰਜੀਤ ਸਿੰਘ ਜੀ ਨੇ ਸਵਾਲ ਮੇਰੇ ਤੋਂ ਪੁੱਛਿਆ ਕਿ ਜਦੋਂ ਵਣਜਾਰਿਆਂ ਦਾ ਟ੍ਰੇਡਿੰਗ ਦਾ ਜੋ ਮਤਲਬ ਇੰਪਾਇਰ ਸੀਗਾ ਉਹ ਖਤਮ ਹੋਇਆ ਤੇ ਅਲਟੀਮੇਟਲੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ। ਤੋ ਜੋ ਸਭ ਤੋਂ ਵੱਡਾ ਸਾਡਾ ਦੁਸ਼ਮਣ ਸੀਗੇ ਜੀ, ਉਹ ਦੋ ਸੀਗੇ, ਸਾਨੂੰ ਸਮਝਣੇ ਚਾਹੀਦੇ ਨੇ। ਉਹ ਇੱਕ ਤਾਂ ਸੀਗੀ ਕ੍ਰਿਸਚੈਨਿਟੀ, ਔਰ ਆਪਾਂ ਕ੍ਰਿਸਚੈਨਿਟੀ ਨੂੰ ਵੀ ਨਹੀਂ ਪਰਟੀਕੁਲਰ ਕਹਿ ਸਕਦੇ, ਜੋ ਜਿਨ੍ਹਾਂ ਨੇ ਕਲੋਨੀਅਲ ਰੂਲ ਇਸਟੈਬਲਿਸ਼ ਕਰਨਾ ਸੀਗਾ, ਜੋ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਹੀ ਐਂਡੇਵਰਸ ਕਰ ਰਹੇ ਸੀਗੇ ਪੂਰੇ ਵਰਲਡ ਦੇ ਉੱਪਰ ਕਲੋਨੀਅਲ ਰੂਲ ਆਪਾਂ ਇਸਟੈਬਲਿਸ਼ ਕਰੀਏ, ਜਿਹਨੂੰ ਅਸੀਂ ਪ੍ਰੈਜ਼ੈਂਟ ਯੂਰਪ ਦੀ ਗੱਲ ਕਹਿੰਦੇ ਆ। ਔਰ ਉਹਨਾਂ ਨੇ ਆਪਣੀ ਕ੍ਰਿਸਚੈਨਿਟੀ ਨੂੰ ਸਪਰੈਡ ਕਰਨ ਵਾਸਤੇ ਬੇਸਿਕਲੀ ਹਰ ਤਰ੍ਹਾਂ ਦਾ ਕੰਮ ਕੀਤਾ। ਲੇਕਿਨ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤੇ ਇਹਨਾਂ ਦਾ ਜਿਹੜਾ ਮਿਸ਼ਨ ਸੀਗਾ ਉਹ ਤਕਰੀਬਨ 300-350 ਸਾਲ ਹੋਰ ਲੇਟ ਹੋ ਗਿਆ। ਲੇਟ ਹੋਣ ਤੋਂ ਬਾਅਦ ਦੂਸਰੀ ਗੱਲ ਕੀ ਸੀਗਾ ਕਿ ਜੋ ਕ੍ਰਿਸਚਨ ਟ੍ਰੇਡਰ ਸੀਗੇ ਔਰ ਇਹ ਸਾਰੇ ਅਲਟੀਮੇਟਲੀ ਜੋ ਅਲੱਗ-ਅਲੱਗ ਫੇਥ ਨੂੰ ਮੰਨਣ ਵਾਲੇ ਲੋਕ ਸੀਗੇ, ਇਹਨਾਂ ਨੂੰ ਇਸ ਪੂਰੇ ਮਿਸ਼ਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਐਡਵੈਂਟ ਹੋਣ ਤੋਂ ਬਾਅਦ ਬੜਾ ਵੱਡਾ ਅਲਟੀਮੇਟਲੀ ਨੁਕਸਾਨ ਹੋਇਆ ਔਰ ਯਹੂਦੀਆਂ ਨੂੰ ਬੜਾ ਵੱਡਾ ਨੁਕਸਾਨ ਹੋਇਆ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਤੇ ਮੇਰਾ ਇਹ ਮੰਨਣਾ ਹੈ ਕਿ ਇਸ ਤਰ੍ਹਾਂ ਵਪਾਰ ਕਦੀ ਵੈਕਿਊਮ 'ਚ ਨਹੀਂ ਰਹਿੰਦਾ।
ਫਿਰ 1760 ਤੋਂ ਬਾਅਦ ਹਾਂਜੀ ਫਿਰ ਇਹਨਾਂ ਲੋਕਾਂ ਨੇ ਆਪਣਾ ਪੂਰੇ ਵਰਲਡ ਦੇ ਉੱਪਰ ਆਪਣਾ ਜੋ ਰਾਜ ਸੀਗਾ ਉਹ ਸਥਾਪਿਤ ਕਰ ਲਿਆ। ਰਾਜ ਸਥਾਪਿਤ ਕਰਨ ਤੋਂ ਬਾਅਦ ਜਿੰਨਾ ਕਿ ਸਿੱਖੀ ਦਾ ਨੁਕਸਾਨ ਹੋ ਸਕਦਾ ਸੀਗਾ, ਇਹਨਾਂ ਨੇ ਕਿਸ ਨੂੰ ਅੱਗੇ ਮੋਹਰਾ ਬਣਾ ਕੇ, ਜੋ ਵੀ ਮਤਲਬ ਸਿੱਖੀ ਦੇ ਦੁਸ਼ਮਣ ਸੀਗੇ ਉਸ ਟਾਈਮ ਮੋਹਰਾ ਬਣਾ ਕੇ ਜੋ ਇਹ ਕਰ ਸਕਦੇ ਸੀਗੇ, ਇਹਨਾਂ ਨੇ ਵੱਧ ਤੋਂ ਵੱਧ ਮਤਲਬ ਉਹਦੇ ਵਿੱਚ ਉਹ ਕੰਮ ਕੀਤਾ। ਤੇ ਸਿੱਖ ਹਿਸਟਰੀ ਜਿੱਦਾਂ ਮੈਂ ਤੁਹਾਨੂੰ ਪਹਿਲੇ ਕਿਹਾ ਵੀ ਛੋਟੇ ਛੋਟੇ ਟੁਕੜੇ ਕਰਕੇ ਰੇਤ 'ਚ ਵਖੇਰ ਦਿੱਤੀ ਗਈ, ਬਿਲਕੁਲ ਜੀ। ਤੇ ਉਹ ਫਿਰ ਹਾਥੀ ਬਣ ਕੇ ਤਾਂ ਹੁਣ ਚੁੱਗੀ ਨਹੀਂ ਜਾਣੀ, ਉਹਦਾ ਨਿੱਕੀ ਜਿਹੀ ਕੀੜੀ ਬਣ ਕੇ ਹੀ ਚੁੱਗੀ ਜਾਣੀ। ਇਹ ਦੋ ਮਤਲਬ ਜੋ ਉਹਨਾਂ ਨੇ ਸਵਾਲ ਪੁੱਛ ਰਹੇ ਉਹਨਾਂ ਦਾ ਤੇ ਆਨਸਰ ਹੈ। ਵੀਰ ਜੀ, ਇਹ ਤੋਂ ਪਹਿਲਾਂ ਕਿ ਆਪਾਂ ਮੁੱਦੇ ਤੋਂ ਭਟਕ ਜਾਈਏ, ਕਿਉਂਕਿ ਆਪਣਾ ਮੇਨ